4-5 दिन मारिया भी तू है मुजरम मन कतल भी पा दोगे ना तो मैं मनन ਨੂੰ ਤਿਆਰ ਹਾਂ ਮੈਨੂੰ ਛੱਡੋ ਮੇਰੇ ਨਿੱਕੇ ਨਿੱਕੇ ਬੱਚੇ ਨੇ 10000 ਰੁਪਇਆ ਦੇ ਤੇਰੇ ਬੰਦੇ ਨੂੰ ਅਸੀਂ ਫੜਿਆ ਸਿਗਰਟ ਪੀਂਦਾ ਪਿਆ ਸੀ ਇਹ ਐਸੀ ਨੇ ਇਮਰਾਨ ਬਲੋਚ ਨੇ ਸਬਜ਼ਾਜ਼ਾਰ ਥਾਣੇ ਵਾਲੇ ਨੇ ਬੋਲਿਆ ਮੈਨੂੰ ਤੇ ਤੂੰ ਜੋ ਮਰਜ਼ੀ ਕਰੇਂਗੀ ਮੇਰੀ ਭੈਣ ਤੂੰ ਛਡਵਾ ਲੈ ਧਮਕੀਆਂ ਇਮਰਾਨ ਬਲੋਚ नहीं ਦਿੱਤੀਆਂ ਨੇ ਘਰਾਂ ਦੇ ਪਰਸੋਂ ਕਹना कि ਅਸੀਂ यही रो पिट के वापस आ जाने मेरा वीर अस्सलाम वालेकुम नाज़रीन, मैं हूं आपका मेज़बान उमर बलोच और आप देख रहे हैं उर्दू वायरल। नाज़रीन, एक बहन मेरे साथ मौजूद है जिसके हस्बैंड को उठा लिया जाता है थाना सब्ज़ादार की हदूद में। इमरान बलोच नामी कोई ASI है जो कि फ़िरौन बना बैठा है। इनके हस्बैंड को उठा लिया जाता है और उनसे कहा जाता है कि जी अब 10,000 रुपया लेके आओ, अब वो 10,000 जैसे मर्ज़ी इकट्ठा करो, उसके लिए तुम्हें जो मर्ज़ी करना पड़े, जिधर मर्ज़ी जाओ, जिसके पास मर्ज़ी जाओ, बेशक भीख मांगो, 10,000 रुपये हमें चाहिए तो तुम्हारे हस्बैंड को हम छोड़ देंगे। लेकिन ये बेचारे गरीब लोग हैं, वो मज़दूर इंसान है, उस पर कम से कम 14 पर्चे दे दिए जाते हैं और जुडिशन भी उसको करवा दिया जाता है। तो उसके बाद ये दर बदर की ठोकरें खा रही हैं, कभी किस SP के पास जाती हैं, कभी किस DSP के पास जाती हैं, लेकिन कोई सुनने वाला नहीं है। इनसे बात करके जानेंगे सारा मामला क्या है और अब वो क्या कहते हैं। वो जो ASI है, वो जो शहनशाह अफसर है, अब वो आपसे क्या मुतालबा कर रहा है। अस्सलाम वालेकुम। वालेकुम सलाम जी, कदों ਦੀ ਗੱਲ ਹੈ ਜਦੋਂ ਤੁਹਾਡੇ ਹਸਬੈਂਡ ਉਹਨਾਂ ਨੇ ਚੁੱਕਿਆ? ਬਾਈ 2.5 ਮਹੀਨੇ ਹੋ ਚੁੱਕੇ ਨੇ ਜਦੋਂ ਗੱਲ ਕਾਫੀ ਹੋ ਗਏ ਨੇ 2.5 ਮਹੀਨੇ 3 ਮਹੀਨੇ ਹੋ ਚੁੱਕੇ ਨੇ ਇਸ ਟਾਈਮ ਹੋ ਗਿਆ 3 ਮਹੀਨੇ ਤੋਂ ਅੰਦਰ ਜੇਲ੍ਹ ਦੇ ਹੈਗਾ ਜੇਲ੍ਹ ਵਿੱਚ ਹੀ ਗਏ 10 ਦਿਨ ਉਹਨਾਂ ਨੇ ਬਿਠਾਇਆ ਆਪਣੇ ਕਮਰੇ 'ਚ ਹਵਾਲਾਤ 'ਚ ਮਾਰਿਆ ਕੁੱਟਿਆ 4-5 ਦਿਨ ਮਾਰਿਆ ਵੀ ਤੂੰ ਹੈ ਮੁਜਰਮ ਮੰਨ ਥਾਣੇ ਸਬਜ਼ਾਜ਼ਾਰ ਜੀ ਸਬਜ਼ਾਜ਼ਾਰ ਥਾਣਾ। ਉਹਨੇ ਕਿਹਾ ਮੈਂ ਜਦੋਂ ਕੋਈ ਕੀਤਾ ਹੀ ਕੁਛ ਨਹੀਂ ਮੈਂ ਕਿਉਂ ਕਿਸ ਤਰੀਕੇ ਜੁਰਮ ਪੇਸ਼ ਕਰਾਂ। ਉਹਨੇ ਕਿਹਾ ਤੈਨੂੰ ਮੰਨਣਾ ਪੈਣਾ ਵਰਨਾ ਤੇਰੇ ਤੇ ਪਰਚੇ ਸੁੱਟ ਦੇਣੇ ਨੇ। ਉਹਨੇ ਕਿਹਾ ਤੁਸੀਂ ਨਜਾਇਜ਼ ਕਰ ਸਕਦੇ ਤੇ ਕਰੋ ਪਰ ਮੰਨਾ ਕਰ ਨਹੀਂ। ਉਹਨਾਂ ਨੇ 4-5 ਦਿਨ ਬਾਈ ਲਗਾਤਾਰ ਮਾਰਿਆ ਕੁੱਟਿਆ ਉਹਨੂੰ ਤੇ ਉਹਨੇ ਆਖਿਆ ਵੀ ਚਲੋ ਠੀਕ ਹੈ ਤੁਸੀਂ ਕਤਲ ਵੀ ਪਾ ਦਿਓਗੇ ਨਾ ਤੇ ਮੈਂ ਮੰਨਣ ਨੂੰ ਤਿਆਰ ਹਾਂ ਮੈਨੂੰ ਛੱਡੋ ਮੇਰੇ ਨਿੱਕੇ ਨਿੱਕੇ ਬੱਚੇ ਨੇ। ਉਹਨੂੰ ਅਜ਼ੀਅਤ ਇੰਨੀ ਜ਼ਿਆਦਾ ਦਿੱਤੀ ਹੈ ਕਿ ਉਹਨੇ ਕਿਹਾ ਕਿ ਮੈਂ ਮੰਨਣ ਨੂੰ ਤਿਆਰ ਜੀ ਇੰਨੀ ਜ਼ਿਆਦਾ ਦਿੱਤੀ ਹੈ। ਇੱਕ ਕਮੀਜ਼ ਉਹਨੇ ਪੂਰਾ ਸੂਟ ਵੈਲ ਦਾ ਉਹਨੇ ਪਾਇਆ ਮੇਰਾ ਵੀਰ ਕੋਈ ਉਹਦੇ 'ਚ ਗਲੇ 'ਚ ਨਹੀਂ ਹੈ। ਜੇ ਸਵਈਆਂ ਤੋਂ ਇਨਸਾਨ ਮਾਰਿਆ ਕੁੱਟਿਆ ਜਾਵੇ ਨਾ ਤੇ ਕਤਲ ਮੰਨਣ ਨੂੰ ਤਿਆਰ ਹੋ ਜਾਂਦਾ ਹੈ। ਠੀਕ ਹੈ ਮੇਰਾ ਵੀਰ। ਉਸ ਨੂੰ ਉਹਨਾਂ ਨੇ ਕੀ ਕੀਤਾ ਹੈ ਵੀ ਮੈਨੂੰ ਉਹਨਾਂ ਨੇ ਫੋਨ ਕੀਤਾ ਵੀ ਬੀਬੀ ਥਾਣੇ ਚਾਹ ਵੀ ਤੇਰਾ ਮੀਆਂ ਅਸੀਂ ਫੜਿਆ ਹੋਇਆ ਹੈ। ਉਸੇ ਟਾਈਮ ਮੈਂ ਬੱਚੇ ਨੂੰ ਲੈ ਕੇ ਥਾਣੇ ਗਈ ਹਾਂ। ਮੈਂ ਕਿਹਾ ਬਾਈ ਕੀ ਗੱਲ? ਉਹਨੇ ਕਿਹਾ ਬਾਜੀ 10,000 ਰੁਪਈਆ ਦੇ ਤੇਰੇ ਬੰਦੇ ਨੂੰ ਅਸੀਂ ਫੜਿਆ ਸਿਗਰਟ ਪੀਂਦਾ ਪਿਆ ਸੀ ਤੇ ਇਹਦੇ ਤੇ ਅਸੀਂ ਕੇਸ ਇਹੋ ਜਿਹੇ ਪਾਣੇ ਨੇ ਛੁੱਟ ਨਹੀਂ ਜਾਏਗਾ। मैं क्या मेरा वीर मेरे को गुंजाइश नहीं है नहीं मैं नहीं दे पा रही। उन्होंने कहा चलो ठीक है अगर तो छड़वा सकनी है तो छड़वा जावे। उस ASI ने क्या कि जी 10,000 रुपया जिधरों मर्जी ले आओ तो फिर छड़ांगे। ऐसी ने इमरान बलोच ने सब्ज़ाज़ार थाने वाले ने बोलिया मैंने ये वाकया। मैं क्या नहीं होना मैं फिर चली गई घर। दूसरे दिन तीसरे दिन उन्होंने जेल 14 पर्चे दे के मेरा वीर जेल पहुँचा दिता। ਤੁਸੀਂ ਉਹਨੂੰ ਕਿਹਾ ਨਹੀਂ ਕਿ ਮੈਂ ਗਰੀਬ ਔਰਤ ਹੈਗੀ ਆ ਮੈਂ ਕਿਧਰੋਂ 10,000 ਰੁਪਇਆ ਲਿਆਵਾਂ? ਮੈਂ ਉਥੋਂ ਮੈਂ ਇਹਨਾਂ ਨੂੰ ਕਿਹਾ ਮੇਰੇ ਕੋਲ ਇੱਕ ਟਾਈਮ ਦੀ ਰੋਟੀ ਨਹੀਂ ਪੂਰੀ ਹੋ ਸਕਦੀ। ਉਹਨੇ ਕਿਹਾ ਠੀਕ ਹੈ ਬਾਜੀ ਜਦੋਂ ਤੇਰਾ ਬੰਦਾ ਫਸ ਜਾਏਗਾ ਨਾ ਤੇ ਤੂੰ ਜੋ ਮਰਜ਼ੀ ਕਰੇਂਗੀ ਮੇਰੀ ਭੈਣ ਤੂੰ ਛਡਵਾ ਲੈ। ਮਤਲਬ ਕਿ ਤੁਹਾਨੂੰ ਧਮਕੀਆਂ ਵੀ ਦਿੰਦੇ ਨੇ ਕਿ ਇਹਨੂੰ ਅਸੀਂ ਪੱਕੇ ਪੱਕੇ ਫਸਵਾ ਦੇਵਾਂਗੇ? ਧਮਕੀਆਂ ਇਮਰਾਨ ਬਲੋਚ ਨਹੀਂ ਦਿੱਤੀਆਂ ਨੇ ਬਾਕੀ ਦੇ। ਮੈਂ ਕਿਹਾ ਮੇਰਾ ਵੀਰ ਚਲੋ ਠੀਕ ਹੈ ਅੱਲਾ ਹਾਫਿਜ਼ ਸਾਡਾ। ਮੈਂ ਘਰ ਚਲੀ ਗਈਆਂ ਤੇ ਮੇਰੇ ਮੀਆਂ ਨੇ ਕਿਸੇ ਨੂੰ ਨੰਬਰ ਦਿੱਤਾ ਵੀ 14 ਪਰਚੇ ਮੇਰੇ ਤੇ ਸੁੱਟ ਦਿੱਤੇ ਨੇ ਮੈਨੂੰ ਫਸਾਇਆ ਗਿਆ ਹੈ ਮੈਨੂੰ ਬਚਾ ਕਿਸੇ ਤਰੀਕੇ ਨਾਲ ਮੈਨੂੰ ਫਸਾ ਕਢਾ ਇੱਥੋਂ। ਮੈਂ ਉਹਨੂੰ ਫਿਰ ਭਾਈ ਨੂੰ ਆਖਿਆ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਲਵ ਸੀਲਾ ਰੱਬ ਨੇ ਲਵਾਇਆ ਤੇ ਛੁੱਟ ਜਾਏਗਾ ਮੈਂ ਕੁਛ ਨਹੀਂ ਕਰ ਸਕਦੀ। ਜੇਲ੍ਹ ਵਾਲੇ ਨੂੰ ਮੈਂ ਪੈਗਾਮ ਦਿੱਤਾ। ਫਿਰ ਮੈਂ ਇਮਰਾਨ ਬਲੋਚ ਨੂੰ ਫੋਨ ਕੀਤਾ ਮੈਂ ਕਿਹਾ ਭਾਈ ਐਸਾ ਮੇਰੇ ਮੀਆਂ ਨੇ ਕੀ ਕਰ ਦਿੱਤਾ ਚਿੰਦੀ ਵਈਆਂ ਤੋਂ ਫਸ ਗਿਆ ਬਹੁਤ ਬੁਰਾ ਤੇ ਫਸਾਤਾ ਤੇ ਕਹਿੰਦਾ ਥਾਣੇ ਆ ਮੈਂ ਤੈਨੂੰ ਦੱਸਣਾ। ਇਹ ਉਹਨੇ ਮੈਨੂੰ ਧਮਕੀ ਦਿੱਤੀ। ਤੁਹਾਨੂੰ ਗਾਲਾਂ ਵਗੈਰਾ ਵੀ ਕੱਢਦਾ ਰਿਹਾ? ਗਾਲਾਂ ਉਹਨੇ ਆਖਿਆ ਬੀਬੀ ਤੂੰ ਇੱਥੇ ਆ ਵੇਖ। ਉਹਨੇ ਵੇਖ ਵਰਦੀ ਅੱਲਾ ਪਾਕ ਨੇ ਇਹਨਾਂ ਨੂੰ ਯੂਨੀਫਾਰਮ ਪਵਾਈ ਇਹ ਕਿ ਸਵਈਆਂ ਤੋਂ ਤੁਹਾਡੇ ਮੁਲਾਜ਼ਮ ਹੈਗੇ ਨੇ ਤੁਹਾਡੀ ਖਿਦਮਤ ਵਾਸਤੇ ਯੂਨੀਫਾਰਮ ਦਿੱਤਾ ਹੋਇਆ? ਖਿਦਮਤ ਵਾਸਤੇ ਹੈਗੇ ਨੇ ਵੀ ਚਲੋ ਇਨਸਾਫ ਦਵਾਓ ਕੋਈ ਗਰੀਬ ਦੀ ਹੈਲਪ ਕਰੋ। ਕੋਈ ਇਨਸਾਨ ਜਿੱਥੇ ਜੁਰਮ ਹੈ ਉਹਨਾਂ ਨੂੰ ਫੜੋ ਜਿੱਥੇ ਨਹੀਂ ਜੁਰਮ ਉਹਨਾਂ ਨੂੰ ਨਹੀਂ ਛੱਡਣਾ। ਇਹ ਤਾਂ ਨਹੀਂ ਪਰਚੇ ਪਏ ਨੇ ਤੇ ਉਹ ਜਿਹੜੇ ਨਹੀਂ ਕੁਛ ਕੀਤਾ ਤਾਂ ਉਹਦੇ ਤੇ ਪਾ ਦੇਵੋ। ਤੁਸੀਂ ਕੋਈ ਡਿਪਟੀ ਦੇ ਕੋਲ ਕੋਈ DSP ਵਗੈਰਾ ਦੇ ਕੋਲ ਗਏ ਹੋ? ਜੀ ਭਾਈ ਮੁਸਲਨ ਟੋਨ ਮੈਂ 1787 ਚ ਕਾਲ ਕੀਤੀ ਹੈ। ਉਹਨਾਂ ਨੇ ਮੈਨੂੰ ਕਿਹਾ ਮੁਸਲਨ ਟਾਊਨ ਥਾਣਾ ਹੈਗਾ ਬੀਬੀ ਉੱਥੇ ਪੇਸ਼ ਹੋ। ਮੈਂ ਉੱਤੇ ਕਮਰੇ ਤੇ ਪੇਸ਼ ਹੋਈ ਹਾਂ SP ਦੇ ਸਾਹਮਣੇ। ਉਹਨਾਂ ਨੇ ਭੇਜਿਆ ਸਬਜ਼ਾਜ਼ਾਰ ਥਾਣੇ ਗਿਫਟੀ ਸਾਹਿਬ ਨੇ ਕਿ ਪੇਸ਼ ਹੋ। ਉੱਥੇ ਮੈਂ ਗਈ ਉਹਨਾਂ ਨੇ ਆਖਿਆ ਇਮਰਾਨ ਬਲੋਚ ਨੂੰ ਸੱਦਿਆ ਹੈ ਵੀ ਖਰਚਾ ਪਾਣੀ ਦਿਓ ਜੋ ਮਰਜ਼ੀ ਕਰੋ ਵਕੀਲ ਕਰੋ ਇਹਨਾਂ ਮੀਆਂ ਨੂੰ ਬਾਹਰ ਕੱਢੋ ਗਲਤੀ ਤਾਂ ਤੁਸੀਂ ਕਰ ਬੈਠੇ ਜੇ। ਬਾਹਰ ਲਈਏ ਤੱਕ ਕੋਈ ਪਤਾ ਨਹੀਂ ਚੱਲ ਰਿਹਾ ਕੋਈ ਸੁਰ ਨਹੀਂ ਚੱਲ ਰਿਹਾ ਬਸ DSP ਸਾਹਿਬ ਦੇ ਵੀ ਹੁਕਮਾਂ ਦੀ ਉਹਨਾਂ ਨੇ ਜਨਾਬ ਟੈਸਟ ਕਰ ਦਿੱਤੀ ਹੈ ਵੀ ਅੱਜ ਨਹੀਂ ਮੰਨਿਆ ਕਿ ਜੀ ਡਿਪਟੀ ਕੌਣ ਹੁੰਦਾ ਹੈ ਕਰਾਂਗੇ ਕੱਲ ਕਰਾਂਗੇ ਪਰਸੋਂ ਕਰਾਂਗੇ ਅਸੀਂ ਇਹੀ ਰੋ ਪਿਟ ਕੇ ਵਾਪਸ ਆ ਜਾਂਦੇ ਹਾਂ। ਮੇਰਾ ਵੀਰ ਹੁਣ ਮੈਨੂੰ ਇਨਸਾਫ ਦਵਾਓ ਕੀ ਕਰਨਾ ਚਾਹੀਦਾ ਹੈ ਜੋ ਨੁਕਸਾਨ ਹੋ ਚੁੱਕਾ ਹੈ ਕੌਣ ਭਰੇਗਾ? ਨਹੀਂ ਇਨਸ਼ਾਅੱਲਾ ਤੁਹਾਡੇ ਵਾਸਤੇ ਵਕੀਲ ਦਾ ਵੀ ਅਰੇਂਜ ਕਰਨੇ ਆ ਤਾਂ ਸਭ ਹੋਈਏਗਾ ਅੱਲਾ ਕਰੇਗਾ ਇਨਸ਼ਾਅੱਲਾ ਭਾਈ ਹੋ ਜਾਵੇ ਤਾਂ ਹੋਰ ਮੈਨੂੰ ਆਵਾਜ਼ ਉਠਾਣੀ ਚਾਹੀਦੀ ਹੈ ਸਾਰਿਆਂ ਨੂੰ ਉਠਾਣੀ ਚਾਹੀਦੀ ਹੈ। ਮੇਰਾ ਵੀਰ ਸੱਚ ਤੇ ਸੱਚ ਹੀ ਹੋਣਾ ਚਾਹੀਦਾ ਨੇ ਕਿਉਂਕਿ ਨਜਾਇਜ਼ ਗਲਤ ਹੀ ਹੈ। ਜਦੋਂ ਹੁਣ ਵੇਖੇ ਨਾ 2 ਮਹੀਨੇ ਦਾ ਮੇਰੇ ਸਿਰ ਤੇ ਕਿਰਾਇਆ ਹੈ ਹੋਟਲ ਦਾ ਖਰਚਾ ਅਸੀਂ ਕਿੱਥੋਂ ਖਾਣਾ ਹੈ
ਕਿਸੇ ਦੇ ਅੱਗੇ ਹੁਣ ਮੰਗਣਾ ਵੀ ਅਗਲੇ ਗੱਲਾਂ ਕਰਦੇ ਨੇ ਵੀ ਬਾਜੀ ਤੇਰ ਚੰਗਾ ਭਲਾ ਇਨਸਾਨ ਅੱਲਾ ਮਾਫ ਕਰੇ ਜਾਂ ਅੱਲਾ ਕਿਸੇ ਦੇ ਮੁਹਤਾਜ ਅੱਲਾ ਕਰੇ ਹੀ ਨਾ। ਇੱਥੇ ਵੀ ਕਿਰਾਏ ਤੇ ਰਹਿ ਰਹੇ ਹੋ ਕਿਰਾਏ ਤੇ ਮੈਂ 6000 ਦੇ ਰਹੀ ਹਾਂ ਮੇਰਾ ਵੀਰ। ਮਹੀਨੇ ਤੋਂ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਹੋ? ਭਾਈ ਕਿਸ ਤਰ੍ਹਾਂ ਕਰ ਰਹੇ ਆ ਇਹੀ ਵੀ ਹੋਟਲ ਤੋਂ ਭਾਈ ਤਰਲਾ ਲੈ ਕੇ ਰੋਟੀ ਲੈ ਆਈ ਦੀ ਇੱਕ ਟਾਈਮ ਦੀ ਤੂੰ 1600 ਰੁਪਇਆ ਮੂੰਹ ਨਾਲ ਆਖਣਾ ਭਾਈ ਚੜਿਆ ਪਿਆ। ਹੁਣ ਉਹ ਵੀ ਹੋਟਲ ਵਾਲੇ ਮਗਰ ਚੜੇ ਨੇ ਹੁਣ ਕਿੱਥੋਂ ਮੈਂ ਦੇਣੇ ਨੇ ਇਹਦੀ ਵਜ੍ਹਾ ਤੋਂ ਨੁਕਸਾਨ ਸਾਰਾ ਹੋਇਆ। ਜ਼ਾਹਿਰ ਤੁਹਾਡਾ ਕਮਾਨ ਵਾਲਾ ਤਾਂ ਅੰਦਰ ਹੈਗਾ। ਕਮਾਨ ਵਾਲਾ ਸਾਡਾ ਉਹਨੇ ਅੰਦਰ ਫਾੜ ਦਿੱਤਾ ਹੈ ਤੇ ਰੱਬ ਇਹਨੂੰ ਵੀ ਇਨਸ਼ਾਅੱਲਾ ਥੱਲੇ ਲਿਆਏਗਾ ਤਖਣ ਤੋਂ ਜਿੱਥੇ ਬਹਿ ਕੇ ਨਜਾਇਜ਼ ਫੈਸਲਾ ਕਰ ਰਿਹਾ ਨਾ ਰੱਬ ਇਹਨੂੰ ਕਰੇਗਾ ਇਨਸ਼ਾਅੱਲਾ। ਮੇਰੀ ਬਦ ਦੁਆ ਹੈ ਮੇਰੇ ਬੱਚਿਆਂ ਦੀ ਬਦ ਦੁਆ ਹੈ। ਜਿਸ ਹਾਲਾਤ ਤੇ ਗੁਜ਼ਰ ਰਹੇ ਨੇ ਸਾਨੂੰ ਪਤਾ ਹੈ ਜਾਂ ਸੋਨੇ रब ਨੂੰ पता है। ठीक है मेरा नाज़रीन ये सारी सिचुएशन है और मैं हैरान हूँ कि वर्दी पहन के फ़िरौनियत ज़ाहिर हो जाती है कुछ लोगों की। तो आई जी साहब मेरी आपसे अपील है, आप माशाल्लाह फील्ड में बड़े मुतहरिक हैं और आप ये कहते हैं जी हमने पुलिस को बहुत ज़्यादा सुधार दिया है, लेकिन अभी भी कुछ काली भेड़ें इस महकमे के अंदर हैं जो इस महकमे की बदनामी का बाइस बन रही हैं। अब वो ASI इमरान बलोच है, पता नहीं अब उसका यहाँ से तबादला हो गया है या नहीं हुआ, जो भी है इस सब्ज़ाज़ार थाने में इन्वेस्टिगेशन विंग वाले जो है वो इनसे इस माजी से पैसे मांग रहे हैं और जो मर्ज़ी करो तुम्हारा काम है 10 से 20 हज़ार रुपया इलाके में दो, अब जहाँ से मर्ज़ी कमाओ। अदरवाइज़ तुम्हारे बंदे पे पर्चे करवा के उसको जुडिशन करवा देंगे और करवा भी दिया। 14 पर्चे उस पर देके जुडिशन करवा दिया, जबकि वो एक मज़दूर बंदा है और ये इसके छोटे छोटे बच्चे हैं जिनका वो पेट पालने के लिए मेहनत मजदूरी करता है। अब डिप्टी साहब के हुक्म की कोई अहमियत नहीं है, ASI साहब ने कोई हुक्म नहीं माना और बंदा इनका स्टिल अभी तक जेल में है। अब वो जेल से किस तरह आएगा? एक बेकसूर जेल में है जनाब 3 महीने से, उसको छुड़वाएगा कौन और ज़िम्मेदार कौन है? तो मेहरबानी फरमा के इस पर नज़रसानी करें। DIG साहब, DIG ऑपरेशन, DIG इन्वेस्टिगेशन, आप सबसे रिक्वेस्ट करता हूँ कि इस माजी की मदद करें और मेहरबानी फरमा के इनके बंदे को बाहर इज्जत से बाहर निकाला जा सके ताकि वो अपने बच्चों के आगे सर पे हाथ रखे और ये लोग जो है मोहताजी से बच सकें। अपने मेज़बान को दीजिए इजाज़त। अल्लाह निगहबान।